ਸਤਿ ਸ਼੍ਰੀ ਅਕਾਲ ਸਟੂਡੈਂਟਸ। ਅੱਜ ਆਪਾਂ ਆਪਣੇ ਸਿਲੇਬਸ ਦੇ ਵਿੱਚ ਦਿੱਤੇ ਹੋਏ ਲੇਖ ਬੇਰੁਜ਼ਗਾਰੀ ਬਾਰੇ ਪੜਾਂਗੇ ਤੇ ਵਿਚਾਰ ਚਰਚਾ ਕਰਾਂਗੇ। ਇਹ ਲੇਖ ਬੇਟਾ ਜੀ ਤੁਹਾਡੀ ਪੰਜਾਬੀ ਗ੍ਰਾਮਰ ਦੀ ਕਿਤਾਬ ਦੇ ਪੇਜ ਨੰਬਰ 207 ਤੇ ਦਿੱਤਾ ਹੋਇਆ ਹੈ। ਪੁੱਤਰ ਜੀ ਤੁਸੀਂ ਸਭ ਨੇ ਆਪਣੀ ਬੁੱਕ ਖੋਲਣੀ ਹੈ ਤੇ ਹੱਥ ਦੇ ਵਿੱਚ ਪੈਨ ਪੈਨਸਿਲ ਵੀ ਰੱਖਣਾ ਹੈ ਤਾਂ ਜੋ ਕੋਈ ਨਵਾਂ ਸ਼ਬਦ ਜਾਂ ਨਵਾਂ ਹੈਡਿੰਗ ਐਡ ਕਰਵਾਇਆ ਜਾ ਸਕੇ ਤਾਂ ਤੁਸੀਂ ਉਸ ਨੂੰ ਆਪਣੀਆਂ ਬੁੱਕਸ ਦੇ ਵਿੱਚ ਐਡ ਕਰ ਸਕੋ। ਸਭ ਤੋਂ ਪਹਿਲਾਂ ਪੁੱਤਰ ਜੀ ਆਪਾਂ ਕਰਾਂਗੇ ਇਹਦੇ ਵਿੱਚ ਭੂਮਿਕਾ ਇੰਟਰੋਡਕਸ਼ਨ, ਇਸ ਬੇਰੁਜ਼ਗਾਰੀ ਦੀ ਇੰਟਰੋਡਕਸ਼ਨ, ਜਿਸ ਦੇ ਵਿੱਚ ਸਾਨੂੰ ਦਿੱਤਾ ਗਿਆ ਹੈ ਕਿ ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ ਜਿਸ ਨੂੰ ਸਮਾਜ ਵਿੱਚ ਰਹਿੰਦਿਆਂ ਹੋਇਆ ਆਪਣੇ ਜੀਵਨ ਦੀਆਂ ਲੋੜਾਂ ਨੂੰ ਪੂਰਾ ਕਰਨ ਦੇ ਲਈ ਕੰਮ ਧੰਦਾ ਕਰਨਾ ਪੈਂਦਾ ਹੈ, ਰੋਜ਼ਗਾਰ ਕਰਨਾ ਪੈਂਦਾ ਹੈ। ਮਨੁੱਖ ਦੀਆਂ ਨਿੱਜੀ ਲੋੜਾਂ ਕਿਹੜੀਆਂ ਨੇ? ਕੁੱਲੀ, ਗੁੱਲੀ, ਜੁੱਲੀ। ਕੁੱਲੀ ਦਾ ਅਰਥ ਹੈ ਪੁੱਤਰ ਜੀ ਘਰ, ਗੁੱਲੀ ਦਾ ਅਰਥ ਹੈ ਰੋਟੀ, ਜੁੱਲੀ ਦਾ ਅਰਥ ਹੈ ਕੱਪੜਾ। ਮੀਨਸ ਉਹਨੂੰ ਰੋਟੀ, ਕੱਪੜਾ, ਮਕਾਨ ਦੇ ਲਈ ਮਿਹਨਤ ਕਰਨੀ ਪੈਂਦੀ ਆ, ਰੋਜ਼ਗਾਰ ਕਰਨਾ ਪੈਂਦਾ ਆ, ਕੰਮ ਧੰਦਾ ਕਰਨਾ ਪੈਂਦਾ ਹੈ। ਪਰ ਕਈ ਵਾਰ ਕੀ ਹੁੰਦਾ ਹੈ ਕਿ ਕਈ ਲੋਕ ਕੰਮ ਕਰਨ ਦੇ ਇੱਛੁਕ ਹੁੰਦੇ ਆ, ਉਹਨਾਂ ਦੇ ਦਿਲਾਂ ਵਿੱਚ ਕੰਮ ਕਰਨ ਦੀ ਚਾਹਤ ਹੁੰਦੀ ਆ, ਪਰ ਉਹਨਾਂ ਨੂੰ ਕੰਮ ਨਹੀਂ ਮਿਲਦਾ ਤਾਂ ਉਹਨਾਂ ਨੂੰ ਕੀ ਕਹਿੰਦੇ ਆ? ਬੇਰੋਜ਼ਗਾਰ। ਔਰ ਪੁੱਤਰ ਜੀ ਇਹੋ ਜਿਹੇ ਨੌਜਵਾਨਾਂ ਦੀ ਗਿਣਤੀ ਸਾਡੇ ਦੇਸ਼ ਵਿੱਚ ਦਿਨੋ ਦਿਨ ਬਹੁਤ ਵੱਧ ਰਹੀ ਹੈ, ਕਿਉਂਕਿ ਨੌਜਵਾਨ ਪੜ੍ਹੇ ਲਿਖੇ ਹਨ, ਕੰਮ ਕਰਨ ਦੀ ਚਾਹ ਰੱਖਦੇ ਹਨ, ਪਰ ਕਈ ਸਮੱਸਿਆਵਾਂ ਦੇ ਕਾਰਨ ਉਹ ਰੋਜ਼ਗਾਰ ਪ੍ਰਾਪਤ ਨਹੀਂ ਕਰਦੇ ਤੇ ਉਹ ਬੇਰੋਜ਼ਗਾਰ ਰਹਿ ਜਾਂਦੇ ਹਨ। ਇਸ ਨੂੰ ਬੇਰੋਜ਼ਗਾਰੀ ਵੀ ਕਿਹਾ ਜਾਂਦਾ ਹੈ। ਭਾਰਤ ਦੇ ਵਿੱਚ ਹੀ ਨਹੀਂ ਸਗੋਂ ਦੇ ਸੰਸਾਰ ਦੇ ਕਈ ਦੇਸ਼ਾਂ ਵਿੱਚ ਇਸ ਭਿਆਨਕ ਸਮੱਸਿਆ ਨੂੰ ਆਮ ਦੇਖਿਆ ਜਾਂਦਾ ਹੈ। ਸੋ ਬੇਟਾ ਅਗਲਾ ਪੁਆਇੰਟ ਹੈ, ਇਹ ਬੇਰੋਜ਼ਗਾਰੀ ਕੀ ਆ? ਕਿ ਇਕੱਲੇ ਭਾਰਤ ਦੀ ਸਮੱਸਿਆ ਹੈ ਜਾਂ ਹੋਰ ਦੇਸ਼ਾਂ ਦੀ ਵੀ ਹੈ? ਸਾਡਾ ਅਗਲਾ ਹੈਡਿੰਗ ਹੈ ਅੰਤਰਰਾਸ਼ਟਰੀ ਸਮੱਸਿਆ। ਅੱਜ ਦੇ ਸਮੇਂ ਵਿੱਚ ਬੇਰੋਜ਼ਗਾਰੀ ਕਿਸੇ ਇੱਕ ਦੇਸ਼ ਦੀ ਨਹੀਂ ਸਗੋਂ ਬਹੁਤ ਸਾਰੇ ਦੇਸ਼ਾਂ ਦੀ ਸਮੱਸਿਆ ਹੈ, ਇਸ ਕਰਕੇ ਇਸ ਨੂੰ ਇੱਕ ਅੰਤਰਰਾਸ਼ਟਰੀ ਸਮੱਸਿਆ ਵੀ ਕਿਹਾ ਜਾਂਦਾ ਹੈ। ਸੋ ਸਾਨੂੰ ਸਭ ਨੂੰ ਇਸ ਸਮੱਸਿਆ ਨਾਲ ਨਜਿੱਠਣ ਦੇ ਲਈ, ਇਸ ਸਮੱਸਿਆ ਨੂੰ ਜੜੋਂ ਉਖਾੜਨ ਦੇ ਲਈ ਸਾਰਿਆਂ ਨੂੰ ਇਕਮੁੱਠ ਹੋ ਕੇ, ਇਕਜੁੱਟ ਹੋ ਕੇ ਸੰਘਰਸ਼ ਕਰਨਾ ਚਾਹੀਦਾ ਹੈ। ਸੋ ਇਸ ਦੇ ਲਈ ਕੇਵਲ ਕੱਲਾ ਭਾਰਤ ਹੀ ਅੱਗੇ ਨਹੀਂ ਆਏਗਾ, ਸਗੋਂ ਬਾਕੀ ਦੇ ਦੇਸ਼ ਵੀ ਅੱਗੇ ਆਉਣਗੇ। ਸੋ ਹੁਣ ਬੇਟਾ ਜੀ ਆਪਾਂ ਦੇਖਾਂਗੇ ਕਿ ਬੇਰੋਜ਼ਗਾਰੀ ਦੇ ਵਧਣ ਦੇ ਕੀ ਕਾਰਨ ਹਨ ਤੇ ਇਹਨਾਂ ਕਾਰਨਾਂ ਤੇ ਅਸੀਂ ਕਿਸ ਤਰ੍ਹਾਂ ਕਾਬੂ ਕਰਕੇ ਇਸ ਸਮੱਸਿਆ ਨੂੰ ਖਤਮ ਕਰ ਸਕਦੇ ਹਾਂ। ਸਭ ਤੋਂ ਪਹਿਲਾ ਹੈ ਇਹਦੇ ਵਿੱਚ ਦਿੱਤਾ ਹੋਇਆ ਸਾਨੂੰ ਕਿ ਇਹ ਅਨੇਕਾਂ ਸਮੱਸਿਆਵਾਂ ਦੀ ਜੜ ਹੈ। ਬੇਰੋਜ਼ਗਾਰੀ ਕੀ ਆ ਕਿ ਆਪਣੇ ਆਪ ਦੇ ਵਿੱਚ ਹੀ ਸਮੱਸਿਆ ਨਹੀਂ ਹੈ, ਸਗੋਂ ਹੋਰ ਵੀ ਅਨੇਕਾਂ ਸਮੱਸਿਆਵਾਂ ਨੂੰ ਇਹ ਜਨਮ ਦਿੰਦੀ ਹੈ। ਕਿਸ ਤਰ੍ਹਾਂ ਇਹ ਹੋਰ ਸਮੱਸਿਆਵਾਂ ਨੂੰ ਜਨਮ ਦਿੰਦੀ ਆ? ਜਿਹੜੇ ਲੋਕ ਬੇਰੋਜ਼ਗਾਰ ਹੁੰਦੇ ਹਨ, ਉਹ ਬੇਰੋਜ਼ਗਾਰ ਹੋਣ ਦੇ ਕਾਰਨ ਉਹਨਾਂ ਦਾ ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦਾ ਹੈ। ਉਹ ਆਪਣੇ ਜੀਵਨ ਦੇ ਵਿੱਚ ਗੁਜ਼ਾਰਾ ਕਰਨ ਦੇ ਲਈ ਕਈ ਵਾਰੀ ਕਈ ਗਲਤ ਕੰਮਾਂ ਨੂੰ ਅਪਣਾ ਲੈਂਦੇ ਹਨ, ਜਿਵੇਂ ਚੋਰੀ, ਚਕਾਰੀ, ਠੱਗੀ, ਲੁੱਟ ਖੋਹ, ਮਾਰ ਆਦਿ। ਔਰ ਅਜਿਹਾ ਕਰਨ ਦੇ ਨਾਲ ਦੇਸ਼ ਦੇ ਵਿੱਚ ਅਸ਼ਾਂਤੀ ਵੀ ਪੈਦਾ ਹੁੰਦੀ ਹੈ, ਕਿਉਂਕਿ ਇਨਸਾਨ ਨੂੰ ਆਪਣੇ ਜੀਵਨ ਦਾ ਗੁਜ਼ਾਰਾ ਕਰਨ ਲਈ ਕੁਝ ਨਾ ਕੁਝ ਤਾਂ ਕਰਨਾ ਪੈਂਦਾ ਹੀ ਹੈ। ਸਾਡੀ ਅੱਜ ਦੀ ਨੌਜਵਾਨ ਪੀੜ੍ਹੀ ਭਾਵੇਂ ਪੜ੍ਹੀ ਲਿਖੀ ਹੈ, ਪਰ ਉਹਨਾਂ ਨੂੰ ਬੇਰੋਜ਼ਗਾਰ ਹੋਣ ਕਰਕੇ ਕਈ ਵਾਰੀ ਉਹ ਗਲਤ ਹੱਥਾਂ ਦੇ ਵਿੱਚ ਚਲੇ ਜਾਂਦੇ ਹਨ ਅਤੇ ਜਿਸ ਕਰਕੇ ਉਹ ਕਈ ਤਰ੍ਹਾਂ ਦੀਆਂ ਸਮਾਜਿਕ ਬੁਰਾਈਆਂ ਦਾ ਸ਼ਿਕਾਰ ਬਣ ਜਾਂਦੀ ਹਨ ਤੇ ਸਰਕਾਰ ਦੀ ਸਿਰਦਰਦੀ ਦਾ ਕਾਰਨ ਬਣਦੇ ਜਾ ਰਹੇ ਹਨ। ਮਾਨਸਿਕ ਪੀੜਾ ਦਾ ਕਾਰਨ, ਮਾਨਸਿਕ ਪੀੜਾ ਦਾ ਕਾਰਨ ਮੈਂਟਲੀ ਤੌਰ ਤੇ ਅਪਸੈਟ ਰਹਿਣਾ, ਮਾਨਸਿਕ ਪਰੇਸ਼ਾਨੀਆਂ। ਕਿ ਜਿਹੜੇ ਨੌਜਵਾਨ ਬੇਰੋਜ਼ਗਾਰ ਹੁੰਦੇ ਹਨ, ਉਹਨਾਂ ਨੂੰ ਕਈ ਵਾਰੀ ਬਹੁਤ ਸਾਰੇ ਮਾਨਸਿਕ ਦੁੱਖ ਵੀ ਝੱਲਣੇ ਪੈਂਦੇ ਹਨ, ਕਿਉਂਕਿ ਵਿਹਲੇ ਇਨਸਾਨ ਨੂੰ ਕੋਈ ਵੀ ਚੰਗਾ ਨਹੀਂ ਸਮਝਦਾ। ਸਾਰੇ ਉਸ ਕੋਲੋਂ ਮੂੰਹ ਬਣਾ ਕੇ ਜਾਂ ਪਾਸਾ ਵੱਟ ਕੇ ਲੰਘਦੇ ਹਨ। ਉਹਨਾਂ ਨੂੰ ਇਸ ਤਰ੍ਹਾਂ ਮਹਿਸੂਸ ਕਰਨ ਲਈ ਮਜਬੂਰ ਕਰ ਦਿੰਦੇ ਹਨ ਕਿ ਉਹ ਜਿਵੇਂ ਵਿਹਲੇ ਹਾਲਾਤਾਂ ਦੇ ਦੁਆਰਾ ਨਹੀਂ ਹੋਏ, ਉਹ ਆਪਣੇ ਆਪ ਹੀ ਵਿਹਲੇ
ਰਹਿਣਾ ਚਾਹੁੰਦੇ ਹਨ। ਕਈ ਡਿਗਰੀਆਂ ਹੱਥਾਂ ਦੇ ਵਿੱਚ ਲੈ ਕੇ ਸਾਡੇ ਅੱਜ ਦੇ ਨੌਜਵਾਨ ਨੌਕਰੀਆਂ ਦੀ ਭਾਲ ਦੇ ਵਿੱਚ ਤੁਰੇ ਫਿਰਦੇ ਹਨ, ਪਰ ਉਹਨਾਂ ਨੂੰ ਕਈ ਕਾਰਨਾਂ ਕਰਕੇ ਨੌਕਰੀਆਂ ਪ੍ਰਾਪਤ ਨਹੀਂ ਹੁੰਦੀਆਂ ਤੇ ਉਹਨਾਂ ਨੂੰ ਬੇਰੁਜ਼ਗਾਰੀ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰ ਨੌਜਵਾਨ ਇਸ ਤੋਂ ਨਿਰਾਸ਼ ਹੋ ਕੇ ਜ਼ਿੰਦਗੀ ਨੂੰ ਖਤਮ ਕਰਨ ਦਾ, ਨਸ਼ਿਆਂ ਦਾ ਸਹਾਰਾ ਲੈਂਦੇ ਆ, ਚੋਰੀਆਂ ਕਰਦੇ ਆ, ਲੁੱਟਾਂ ਖੋਹਾਂ ਕਰਦੇ ਆ, ਡਕੈਤੀਆਂ ਕਰਦੇ ਆ। ਭਾਵ ਉਹ ਕਿਸੇ ਨਾ ਕਿਸੇ ਤਰ੍ਹਾਂ ਆਪਣੀ ਲਾਈਫ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਕਰਦੇ ਹਨ। ਬੇਟਾ ਜੀ, ਅਗਲਾ ਸਾਡਾ ਕਾਰਨ ਹੈਗਾ ਆ ਦੋਸ਼ਪੂਰਨ ਸਿੱਖਿਆ ਪ੍ਰਣਾਲੀ। ਦੋਸ਼ਪੂਰਨ ਸਿੱਖਿਆ ਪ੍ਰਣਾਲੀ ਦੇ ਵਿੱਚ ਸਾਨੂੰ ਇਹ ਦੱਸਿਆ ਗਿਆ ਹੈ ਕਿ ਜਿਹੜੀ ਸਾਡੀ ਅੱਜ ਦੀ ਸਿੱਖਿਆ ਪ੍ਰਣਾਲੀ ਹੈ ਇਹ ਵੀ ਪੂਰੀ ਤਰ੍ਹਾਂ ਸਹੀ ਨਹੀਂ ਹੈ, ਕਿਉਂਕਿ ਜੋ ਸਾਨੂੰ ਸਿੱਖਿਆ ਸਕੂਲਾਂ ਕਾਲਜਾਂ ਦੇ ਵਿੱਚ ਮਿਲਦੀ ਹੈ ਉਹ ਸਿਰਫ ਕਿਤਾਬੀ ਪੜ੍ਹਾਈ ਤੱਕ ਹੀ ਸੀਮਤ ਹੈ। ਸਾਨੂੰ ਸਕੂਲਾਂ ਕਾਲਜਾਂ ਦੇ ਵਿੱਚ ਪੜ੍ਹਾਉਂਦੇ ਸਮੇਂ ਹੱਥੀਂ ਕਿਸੇ ਕੰਮ ਕਰਨ ਬਾਰੇ ਸਿੱਖਿਆ ਨਹੀਂ ਦਿੱਤੀ ਜਾਂਦੀ, ਜਿਸ ਕਰਕੇ ਆਮ ਇਹ ਕਿਹਾ ਜਾਂਦਾ ਹੈ ਕਿ ਭਾਰਤ ਦੇ ਵਿੱਚ ਪੜ੍ਹੇ ਹੋਏ ਮੁੰਡੇ ਕੁੜੀਆਂ ਇੱਕ ਕਲਰਕ ਦੀ ਨੌਕਰੀ ਤੱਕ ਹੀ ਸੀਮਤ ਰਹਿ ਜਾਂਦੇ ਹਨ। ਸੋ ਸਾਨੂੰ ਆਪਣੀ ਲਾਈਫ ਦੇ ਵਿੱਚ ਸੈੱਟ ਹੋਣ ਦੇ ਲਈ ਕੁਝ ਹੱਥੀਂ ਕੰਮ ਕਰਨ ਦੀ ਵੀ ਜਾਂਚ ਸਿੱਖਣੀ ਬਹੁਤ ਜ਼ਰੂਰੀ ਹੈ। ਸੋ ਸਾਡੀ ਸਿੱਖਿਆ ਪ੍ਰਣਾਲੀ ਦੇ ਵਿੱਚ ਜਿਵੇਂ ਕਿ ਬੱਚਿਆਂ ਨੂੰ ਹੱਥੀਂ ਕੰਮ ਕਰਨ, ਜਿਵੇਂ ਤਰਖਾਣ, ਲੋਹਾਰ, ਘੁਮਿਆਰ, ਬਿਜਲੀ ਦਾ ਕੰਮ, ਖੱਡੀ ਦਾ ਕੰਮ ਆਦਿ ਬਾਰੇ ਵੀ ਜਾਣਕਾਰੀ ਦੇਣੀ ਚਾਹੀਦੀ ਹੈ, ਤਾਂ ਜੋ ਨੌਜਵਾਨ ਪੀੜ੍ਹੀ ਪੜ੍ਹ ਲਿਖ ਕੇ ਆਪਣਾ ਸਵੈ ਰੋਜ਼ਗਾਰ ਵੀ ਖੋਲ ਸਕਣ। ਅਜਿਹਾ ਕਰਨ ਨਾਲ ਉਹ ਆਪ ਤਾਂ ਕੰਮ ਕਰਨਗੇ, ਸਗੋਂ ਬਾਕੀ ਦੇ ਨੌਜਵਾਨਾਂ ਨੂੰ ਵੀ ਕੰਮ ਦੇਣਗੇ। ਅਜਿਹਾ ਕਰਨ ਦੇ ਨਾਲ ਸਾਡਾ ਦੇਸ਼ ਬਹੁਤ ਤਰੱਕੀ ਕਰੇਗਾ। ਸਭ ਤੋਂ ਵੱਡੀ ਸਮੱਸਿਆ ਪੁੱਤਰ ਜੀ ਹੁਣ ਇਹਦੇ ਵਿੱਚ ਆਪਾਂ ਨੇ ਦੱਸਣੀ ਆ, ਤੁਹਾਡੀ ਬੁੱਕ ਦੇ ਵਿੱਚ ਨਹੀਂ ਦਿੱਤਾ ਹੋਇਆ, ਸੋ ਤੁਸੀਂ ਸਾਰਿਆਂ ਨੇ ਇਹ ਹੈਡਿੰਗ ਨੂੰ ਇਹਦੇ ਵਿੱਚ ਐਡ ਕਰ ਲੈਣਾ ਆ। ਵੱਧ ਰਹੀ ਜਨਸੰਖਿਆ, ਵੱਧਦੀ ਜਨਸੰਖਿਆ ਇਹ ਸਾਡੇ ਦੇਸ਼ ਦੀ ਇੱਕ ਗੰਭੀਰ ਸਮੱਸਿਆ ਹੈ। ਇਹੀ ਬੇਰੋਜ਼ਗਾਰੀ ਨੂੰ ਜਨਮ ਦਿੰਦੀ ਹੈ। ਜਨਸੰਖਿਆ ਦੇ ਵਧਣ ਦੇ ਨਾਲ ਲੋਕਾਂ ਨੂੰ ਕੰਮ ਕਰਨ ਦੇ ਮੌਕੇ ਘੱਟ ਮਿਲਦੇ ਨੇ, ਜਿਸ ਕਰਕੇ ਉਹ ਨੌਜਵਾਨ ਵਰਗ ਨਿਰਾਸ਼ ਹੋ ਜਾਂਦਾ ਹੈ। ਕਈ ਵਾਰੀ ਭਾਵੇਂ ਕਹਿੰਦੇ ਕਿ ਸਰਕਾਰ ਨੇ ਬਹੁਤ ਸਾਰੇ ਕਾਨੂੰਨ ਬਣਾਏ ਆ, ਬਹੁਤ ਸਾਰੀਆਂ ਨੀਤੀਆਂ ਬਣਾਈਆਂ ਨੇ ਇਸ ਸਮੱਸਿਆ ਦੇ ਠੱਲ ਪਾਉਣ ਲਈ, ਪਰ ਹਜੇ ਵੀ ਭਾਰਤ ਦੇ ਕਈ ਰਾਜਾਂ ਵਿੱਚ ਜਨਸੰਖਿਆ ਜਿਹੜੀ ਹੈਗੀ ਆ ਉਹ ਦਿਨੋਂ ਦਿਨ ਵੱਧਦੀ ਹੀ ਜਾ ਰਹੀ ਹੈ। ਇਸ ਲਈ ਉਹਨਾਂ ਰਾਜਾਂ ਦੇ ਵਿੱਚ ਸਰਕਾਰ ਨੂੰ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਆ। ਉਹਨਾਂ ਨੂੰ ਸਮਾਜ ਦੇ ਵਿੱਚ ਫੈਲੀਆਂ ਹੋਈਆਂ ਬੁਰਾਈਆਂ ਪ੍ਰਤੀ ਸੁਚੇਤ ਕਰਨ ਦੀ ਲੋੜ ਹੈ। ਬੇਟਾ ਜੀ, ਇਹ ਸੀਗੇ ਆਪਣੇ ਸਾਰੇ ਹੀ ਬੇਰੋਜ਼ਗਾਰੀ ਦੇ ਕਾਰਨ, ਜਿਸ ਦੇ ਕਾਰਨ ਬੇਰੋਜ਼ਗਾਰੀ ਜਿਹੜੀ ਆ ਉਹ ਵੱਧ ਰਹੀ ਹੈ। ਹੁਣ ਆਪਾਂ ਅੱਗੇ ਕਰਾਂਗੇ ਬੇਰੋਜ਼ਗਾਰੀ ਨੂੰ ਖਤਮ ਕਰਨ ਦੇ ਯਤਨ। ਕਹਿੰਦੇ ਕਿ ਅਗਰ ਕੋਈ ਸਮੱਸਿਆ ਹੁੰਦੀ ਹੈ ਤਾਂ ਉਹਦਾ ਹੱਲ ਵੀ ਉਹਦੇ ਨਾਲ ਹੀ ਹੁੰਦਾ ਹੈ। ਸੋ ਜੇਕਰ ਇਹ ਗੰਭੀਰ ਸਮੱਸਿਆ ਸਾਡੇ ਦੇਸ਼ ਦੇ ਵਿੱਚ ਹੈ ਤਾਂ ਸਾਨੂੰ ਇਸ ਨੂੰ ਰੋਕਣ ਦਾ ਉਪਰਾਲਾ ਵੀ ਸਭ ਨੂੰ ਰਲ ਮਿਲ ਕੇ ਹੀ ਕਰਨਾ ਚਾਹੀਦਾ ਹੈ। ਇਸ ਸੰਬੰਧੀ ਸਰਕਾਰ ਨੂੰ ਬਹੁਤ ਦੂਰ ਅੰਦੇਸ਼ੀ ਵਾਲੀਆਂ ਨੀਤੀਆਂ ਬਣਾਉਣ ਦੀ ਲੋੜ ਹੈ। ਸਰਕਾਰ ਨੂੰ ਸਭ ਤੋਂ ਪਹਿਲਾਂ ਸਾਡੀ ਸਿੱਖਿਆ ਪ੍ਰਣਾਲੀ ਵਿੱਚ ਸੁਧਾਰ ਕਰਨਾ ਚਾਹੀਦਾ ਹੈ। ਵਿਦਿਆਰਥੀਆਂ ਨੂੰ ਸਕੂਲਾਂ ਦੇ ਪੱਧਰ ਤੋਂ ਹੀ ਹੱਥੀਂ ਕੰਮ ਕਰਨ ਦੀ ਪਿਰਤ ਪਾਉਣੀ ਚਾਹੀਦੀ ਹੈ। ਭਾਵੇਂ ਬਹੁਤ ਸਾਰੇ ਕਾਲਜਾਂ, ਯੂਨੀਵਰਸਿਟੀਆਂ ਦੇ ਵਿੱਚ ਅਜਿਹੀ ਸਿੱਖਿਆ ਲਾਗੂ ਗਈ ਹੋਈ ਹੈ, ਪਰ ਉੱਥੇ ਤੱਕ ਸਾਰੇ ਬੱਚੇ ਨਹੀਂ ਪਹੁੰਚ ਪਾਉਂਦੇ। ਇਸ ਲਈ ਇਹ ਸਿੱਖਿਆ ਪ੍ਰਣਾਲੀ ਸਕੂਲਾਂ ਦੇ ਪੱਧਰ ਤੋਂ ਹੀ ਹੋਣੀ ਚਾਹੀਦੀ ਹੈ। ਸਾਡੀਆਂ ਸਰਕਾਰਾਂ ਨੂੰ ਕਈ ਨਵੇਂ ਵੱਡੇ ਉਦਯੋਗ ਵੀ ਲਾਉਣੇ ਚਾਹੀਦੇ ਹਨ। ਅਜਿਹਾ ਕਰਨ ਦੇ ਨਾਲ ਉਹ ਨੌਜਵਾਨਾਂ ਨੂੰ ਰੋਜ਼ਗਾਰ ਦੇਣਗੇ। ਇਹ ਰੋਜ਼ਗਾਰ ਉਦਯੋਗੀ ਕਿਹੜੇ ਹੋ ਸਕਦੇ ਆ, ਜਿਵੇਂ ਘਰੇਲੂ ਦਸਤਕਾਰੀ ਹੈ, ਖੇਤੀ ਪ੍ਰਧਾਨਾ, ਮੱਛੀ ਪਾਲਣਾ, ਮੱਖੀ ਪਾਲਣਾ, ਡੈਰੀ ਫਾਰਮ। ਨੌਜਵਾਨਾਂ ਨੂੰ ਇਹਨਾਂ ਸੰਬੰਧੀ ਲੋੜੀਂਦੀ ਜਾਣਕਾਰੀ ਦੇਣੀ ਚਾਹੀਦੀ ਹੈ ਅਤੇ ਇਹਨਾਂ ਦੀ ਮਾਇਕ ਸਹਾਇਤਾ ਵੀ ਕਰਨੀ ਚਾਹੀਦੀ ਹੈ, ਤਾਂ ਜੋ ਨੌਜਵਾਨ ਇਸ ਸੰਬੰਧੀ ਜਾਗਰੂਕ ਹੋ ਕੇ ਇਹੋ ਜਿਹੇ ਰੋਜ਼ਗਾਰ ਨੂੰ ਖੋਲੇ, ਆਪ ਵੀ ਕੰਮ ਕਰੇ ਅਤੇ ਹੋਰ ਨੌਜਵਾਨਾਂ ਨੂੰ ਵੀ ਕੰਮ ਦੇਵੇ। ਸਭ ਤੋਂ ਬੇਟਾ ਅਖੀਰ ਦੇ ਵਿੱਚ ਟੌਪਿਕ ਹੈਗਾ ਆ, ਜਿਹੜਾ ਪੁਆਇੰਟ ਆ ਬਹੁਤ ਹੀ ਇੰਪੋਰਟੈਂਟ ਪੁਆਇੰਟ ਹੈ, ਕੰਮ ਦੀ ਕਦਰ ਕਰਨੀ। ਕਹਿੰਦੇ ਕਿ ਸਾਡੇ ਸਮਾਜ ਦੇ ਵਿੱਚ ਬਹੁਤ ਸਾਰੇ ਨੌਜਵਾਨ ਅਜਿਹੇ ਵੀ ਹੁੰਦੇ ਆ ਕਿ ਜਿਹੜੇ ਕੰਮ ਦੀ ਕੀਮਤ ਨਹੀਂ ਜਾਣਦੇ।
ਉਹ ਹਮੇਸ਼ਾ ਇਹ ਦੇਖਦੇ ਆ ਕਿ ਇਹ ਕੰਮ ਸਾਡੇ ਲੈਵਲ ਦਾ ਨਹੀਂ ਹੈ, ਇਹ ਕੰਮ ਸਾਡੇ ਪੱਧਰ ਦਾ ਨਹੀਂ ਹੈ। ਕਹਿੰਦੇ ਕਿ ਜਦ ਕਿ ਕੰਮ ਕਦੇ ਛੋਟਾ ਜਾਂ ਵੱਡਾ ਨਹੀਂ ਹੁੰਦਾ, ਸਿਰਫ ਸਾਡੀ ਸੋਚ ਛੋਟੀ ਜਾਂ ਵੱਡੀ ਹੁੰਦੀ ਹੈ। ਸਾਨੂੰ ਜਿਹੋ ਜਿਹਾ ਵੀ ਕੰਮ ਮਿਲੇ ਉਸ ਕੰਮ ਦੀ ਕਦਰ ਕਰਨੀ ਚਾਹੀਦੀ ਹੈ, ਉਹਦਾ ਸਤਿਕਾਰ ਕਰਨਾ ਚਾਹੀਦਾ ਹੈ। ਕਈ ਵਾਰੀ ਇਨਸਾਨ ਇਹ ਸੋਚਣ ਲੱਗ ਜਾਂਦਾ ਆ ਕਿ ਮੈਂ ਇੰਨੀ ਪੜ੍ਹਾਈ ਕੀਤੀ ਹੈ, ਮੇਰੇ ਕੋਲ ਇੰਨੀ ਡਿਗਰੀਆਂ ਹਨ, ਮੈਂ ਇਸ ਕੰਮ ਨੂੰ ਨਹੀਂ ਕਰ ਸਕਦਾ। ਪਰ ਜੇਕਰ ਅਸੀਂ ਕੰਮ ਨੂੰ ਦੇਖਣ ਦੀ ਥਾਂ ਤੇ ਕੰਮ ਦੀ ਕਦਰ ਕਰੀਏ ਤਾਂ ਸਾਨੂੰ ਉਹ ਕੰਮ ਵੀ ਬਹੁਤ ਜ਼ਿਆਦਾ ਵੱਡਾ ਨਜ਼ਰ ਆਵੇਗਾ। ਸੋ ਸਾਨੂੰ ਕੰਮ ਨੂੰ ਦੀ ਹਮੇਸ਼ਾ ਹੀ ਕਦਰ ਕਰਨੀ ਚਾਹੀਦੀ ਹੈ। ਲਾਸਟ ਤੇ ਹੈ ਪੁੱਤਰ ਜੀ ਸਾਰਾਂਸ਼, ਕਨਕਲੂਜਨ। ਅਸੀਂ ਇਸ ਪੂਰੇ ਲੇਖ ਨੂੰ ਤੇ ਵਿਚਾਰ ਚਰਚਾ ਕੀਤੀ ਆ, ਜਿਸ ਤੋਂ ਅਸੀਂ ਇਹ ਕਹਿ ਸਕਦੇ ਹਾਂ ਕਿ ਇਹ ਸਾਡੇ ਦੇਸ਼ ਦੀ ਇੱਕ ਅਹਿਮ ਤੇ ਗੰਭੀਰ ਸਮੱਸਿਆ ਹੈ ਅਤੇ ਇਸ ਦੇ ਨਾਲ ਹੋਰ ਵੀ ਬਹੁਤ ਸਾਰੀਆਂ ਸਮਾਜਿਕ ਬੁਰਾਈਆਂ ਜਨਮ ਲੈਂਦੀਆਂ ਹਨ। ਸੋ ਸਾਨੂੰ ਇਸ ਸਮੱਸਿਆ ਨੂੰ ਠੱਲ ਪਾਉਣ ਲਈ, ਇੱਥੇ ਰੋਕ ਲਾਉਣ ਲਈ ਸਾਰੇ ਨੌਜਵਾਨਾਂ ਨੂੰ ਆਪਣੀ ਸੋਚ ਸਮਝ ਦੇ ਨਾਲ ਪਹਿਲਾਂ ਤਾਂ ਦ੍ਰਿਸ਼ਟੀ ਨੂੰ ਬਦਲਣ ਦੀ ਲੋੜ ਹੈ। ਮਤਲਬ ਆਪਣੀ ਸੋਚ ਨੂੰ ਬਦਲੋ। ਜੇਕਰ ਸਾਡੀ ਸੋਚ ਬਦਲੇਗੀ ਤਾਂ ਸਾਡੇ ਕੰਮ ਕਰਨ ਦਾ ਨਜ਼ਰੀਆ ਵੀ ਬਦਲ ਜਾਵੇਗਾ। ਜੇਕਰ ਅਸੀਂ ਇਸ ਨੂੰ ਨਾ ਹਮ ਕਾਬੂ ਪਾਇਆ ਤਾਂ ਸਾਨੂੰ ਭਵਿੱਖ ਦੇ ਵਿੱਚ ਇਸ ਦੇ ਬਹੁਤ ਖਤਰਨਾਕ ਸਿੱਟੇ ਭੁਗਤਣੇ ਪੈਣਗੇ। ਸੋ ਇਸ ਲਈ ਸਾਰਿਆਂ ਨੂੰ ਇਸ ਸਮੱਸਿਆ ਦਾ ਹੱਲ ਰਲ ਮਿਲ ਕੇ ਕੱਢਣਾ ਚਾਹੀਦਾ ਹੈ। ਪੁੱਤਰ ਜੀ, ਇਹ ਸੀਗਾ ਆਪਣਾ ਲੇਖ ਬੇਰੋਜ਼ਗਾਰੀ। ਤੁਸੀਂ ਸਾਰਿਆਂ ਨੇ ਇਸ ਲੇਖ ਨੂੰ ਧਿਆਨ ਨਾਲ ਪੜ੍ਹਨਾ ਹੈ, ਫਿਰ ਉਸ ਨੂੰ ਲਰਨ ਕਰਕੇ ਆਪਣੀਆਂ ਨੋਟਬੁੱਕ ਦੇ ਵਿੱਚ ਲਿਖਣਾ ਹੈ। ਸੋ ਬੇਟਾ ਯਾਦ ਰੱਖਿਓ, ਤੁਸੀਂ ਸਭ ਨੇ ਲੇਖ ਨੂੰ ਲਰਨ ਕਰਕੇ ਲਿਖਣਾ ਹੈ। ਜਦੋਂ ਤੁਸੀਂ ਅਜਿਹਾ ਕਰਕੇ ਲਿਖੋਗੇ ਤਾਂ ਤੁਹਾਡਾ ਲੇਖ ਵੀ ਨਾਲ ਹੀ ਪ੍ਰਪੇਅਰ ਹੋ ਜਾਏਗਾ। ਤੁਸੀਂ ਆਪਣੇ ਵੱਲੋਂ ਵੀ ਬਹੁਤ ਸਾਰੇ ਵਿਚਾਰ ਇਹਦੇ ਵਿੱਚ ਲਿਖ ਸਕੋਗੇ। ਬਹੁਤ ਬਹੁਤ ਧੰਨਵਾਦ ਪੁੱਤਰ ਜੀ।